ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ, ਵੈਲਕਮ। ਧੰਨਵਾਦ ਜੀ। ਸਰੋਤਿਆਂ ਨੂੰ ਤੁਹਾਡੇ ਰਾਹੀਂ ਸਤਿ ਸ਼੍ਰੀ ਅਕਾਲ। ਰੂਬਰੂ ਸਰੋਤਿਆਂ ਦੇ ਕੀਤਾ, ਇਹਦੇ ਲਈ ਤੁਹਾਡੀ ਬੜੀ ਮਿਹਰਬਾਨੀ ਜੀ। ਦੋਸਤੋ, ਧਾਲੀਵਾਲ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਜੋ ਐਗਜ਼ਿਟ ਪੋਲ ਦੇ ਨਤੀਜੇ ਆਏ ਆ, ਚੈਨਲਾਂ ਨੇ ਤਾਂ ਭਾਵੇਂ ਸਰਕਾਰ ਬਣਾਤੀ ਪਰ ਅਸਲੀ ਨਤੀਜੇ 10 ਤਰੀਕ ਨੂੰ ਆਉਣਗੇ। ਹੁਣ ਨਤੀਜਿਆਂ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਚੱਲ ਰਹੇ ਨੇ, ਦੂਜੇ ਨੰਬਰ ਤੇ ਕਾਂਗਰਸ, ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ। ਜਦੋਂ ਅਸੀਂ ਜੋ ਪਿਛਲੀ ਇਲੈਕਸ਼ਨਾਂ ਦੇ ਐਗਜ਼ਿਟ ਪੋਲ ਦੇ ਰਿਜ਼ਲਟ ਆਏ ਸੀ ਚੈਨਲਾਂ ਦੁਆਰਾ, ਏਜੰਸੀਆਂ ਦੁਆਰਾ, ਉਹਦੇ 'ਚ ਜੋ ਗੱਲ ਨਿਕਲ ਕੇ ਆਈ ਸੀ ਕਿ ਜਿੰਨੇ ਨਤੀਜੇ ਸਾਹਮਣੇ ਆਏ ਸੀ ਉਹ ਸੱਚ ਸਾਬਤ ਨਹੀਂ ਹੋਏ। ਕਿੰਨੇ ਵਾਰ ਤਾਂ ਨਿਊਜ਼ ਚੈਨਲਾਂ ਦੇ ਐਂਕਰਾਂ ਨੂੰ ਵੀ ਮਾਫੀ ਮੰਗਣੀ ਪਈ ਕਿ ਅਸੀਂ ਜੋ ਦੱਸਿਆ ਇਹ ਇੱਦਾਂ ਤੱਥ ਸਾਬਤ ਨਾ ਹੋ ਪਾਏ, ਅਸੀਂ ਮਾਫੀ ਮੰਗਦੇ ਹਾਂ। ਅੱਗੇ ਜਾ ਕੇ ਫਿਰ ਐਗਜ਼ਿਟ ਪੋਲ ਦੇ ਨਤੀਜੇ ਆਉਂਦੇ ਆ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਰੋਸੇਯੋਗਤਾ ਕੀ ਹੈ, ਸੱਚਾਈ ਕੀ ਹੈ, ਜੇਕਰ ਇੱਕ ਵਾਰ ਚੈਨਲਾਂ ਵੱਲੋਂ ਐਗਜ਼ਿਟ ਪੋਲ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਨਤੀਜਿਆਂ ਦੇ ਵਿੱਚ ਉਲਟ ਫਿਰ ਕਿਉਂ ਹੋ ਜਾਂਦਾ। ਦੂਜੀ ਗੱਲਬਾਤ ਕਰਾਂਗੇ ਕਿ ਜਦੋਂ ਇਲੈਕਸ਼ਨ ਨੂੰ ਦੇ ਨਤੀਜਿਆਂ ਨੂੰ ਦਿਨ ਥੋੜ੍ਹੇ ਰਹਿੰਦੇ ਹੋਣ, ਪੰਜਾਬ ਦੇ ਵਿੱਚ 10 ਮਾਰਚ ਨੂੰ ਨਤੀਜੇ ਨੇ, 10-11 ਵਜੇ ਤੱਕ ਸਭ ਸਥਿਤੀ ਕਲੀਅਰ ਹੋ ਜੂਗੀ, ਤਾਂ ਫਿਰ ਇਹਨਾਂ ਐਗਜ਼ਿਟ ਪੋਲ ਦੇ ਫਾਇਦੇ ਕਿਸ ਨੂੰ ਹੁੰਦੇ ਨੇ? ਸਰਕਾਰਾਂ ਕਰਾਉਂਦੀਆਂ ਨੇ, ਟੀਵੀ ਚੈਨਲ ਕਰਾਉਂਦੇ ਨੇ, ਏਜੰਸੀਆਂ ਕਰਵਾਉਂਦੀਆਂ ਨੇ, ਕੌਣ ਕਰਾਉਂਦੇ ਨੇ? ਸੱਟਾ ਬਾਜ਼ਾਰ ਵਾਲੇ ਕੌਣ ਨੇ? ਧਾਲੀਵਾਲ ਸਾਹਿਬ ਨਾਲ ਗੱਲਬਾਤ ਕਰਾਂਗੇ। ਧਾਲੀਵਾਲ ਸਾਹਿਬ, ਆਮ ਪਾਰਟੀ ਅੱਗੇ, ਆਪ ਪਾਰਟੀ, ਕਾਂਗਰਸ ਦੂਜੇ ਨੰਬਰ ਤੇ, ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ। ਜਦੋਂ ਅਸੀਂ ਦੇਸ਼ ਪੱਧਰ ਉੱਤੇ ਇਹ ਚੀਜ਼ ਦੇਖਦੇ ਹਾਂ ਕਿ ਐਗਜ਼ਿਟ ਪੋਲ ਦੇ ਨਤੀਜੇ ਆਉਂਦੇ ਆ, ਬੜੇ ਘੱਟ ਉਹ ਐਗਜ਼ਿਟ ਪੋਲ ਦੇ ਰਿਜ਼ਲਟ ਨੇ ਜੋ ਸੱਚ ਸਾਬਤ ਹੋਏ ਨੇ। ਹਰ ਵਾਰ ਉਲਟ ਫੇਰ ਹੁੰਦਾ। ਜੇ ਆਪਾਂ ਜ਼ਿਆਦਾ ਪਿੱਛੇ ਨਾ ਜਾਈਏ, 17 ਦੇ ਵਿੱਚ ਵੀ ਸੀ ਵੋਟਰ ਸਰਵੇ ਨੇ 100 ਸੀਟਾਂ ਦਿੱਤੀਆਂ ਸੀ ਆਮ ਆਦਮੀ ਪਾਰਟੀ ਨੂੰ, ਕਈਆਂ ਨੇ 70, 75, 80 ਸੀਟਾਂ ਦਿੱਤੀਆਂ ਸੀ। ਪਰ ਜਦੋਂ ਰਿਜ਼ਲਟ ਆਏ, ਆਮ ਆਦਮੀ ਪਾਰਟੀ 20, ਸ਼੍ਰੋਮਣੀ ਅਕਾਲੀ ਦਲ 16 ਤੇ ਕਾਂਗਰਸ ਮੈਜੋਰਟੀ ਦੇ ਵਿੱਚ ਆ ਕੇ ਸਰਕਾਰ ਬਣਾ ਗਈ, ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣ ਗਏ। ਹੁਣ ਫਿਰ ਇੱਕ ਵਾਰ ਫਿਰ ਉਹੀ ਮਾਹੌਲ ਹੈ, ਉਹੀ ਦਿਨ ਨੇ। ਇਸ ਦੀ ਫਿਰ ਭਰੋਸੇਯੋਗਤਾ ਨੂੰ ਕਿਵੇਂ ਸਮਝੀਏ? ਭੰਗੂ ਸਾਹਿਬ, ਦੇਖੋ, ਜਦੋਂ ਤਾਂ ਯੂਨੀਵਰਸਿਟੀ ਪ੍ਰੋਫੈਸਰ ਰਹੇ ਹਾਂ, ਮਾੜਾ ਮੋਟਾ ਰਿਸਰਚ ਨਾਲ ਆਪਦੀ ਸਮਝ ਮੁਤਾਬਕ ਡੀਲ ਕਰਦੇ ਰਹੇ ਹਾਂ। ਰਿਸਰਚ ਦੇ ਵਿੱਚ ਸਾਡੀਆਂ ਇੱਕ ਸੀਮਾਵਾਂ ਨੇ ਜ਼ਰੂਰ। ਇਹ ਜਿਹੜੀ ਸਾਰੀ ਸੂਚਨਾ ਤਿਆਰ ਕਰਕੇ ਦਿੱਤੀ ਜਾਂਦੀ ਹੈ ਪਬਲਿਕ ਦੇ ਵਿੱਚ, ਉਹਦੀ ਭਰੋਸੇਯੋਗਤਾ ਜੇਕਰ ਹੈ ਤਾਂ ਵਿਸ਼ਵਾਸਯੋਗ ਹੈ ਤਾਂ ਉਹਦਾ ਕੋਈ ਮੀਨਿੰਗ ਹੈ। ਜੇ ਉਹ ਸੂਚਨਾ ਵਿਸ਼ਵਾਸਯੋਗ ਨਹੀਂ ਹੈ ਤਾਂ ਉਹਦਾ ਕੋਈ ਬਹੁਤ ਜ਼ਿਆਦਾ ਮਹੱਤਵਪੂਰਨ ਅਰਥ ਬਣਦਾ ਨਹੀਂ ਹੈਗਾ। ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਦਾ ਕਿ ਰਿਸਰਚ ਦੇ ਵਿੱਚ ਸਾਡੀ ਇੱਕ ਲਿਮਿਟੇਸ਼ਨ ਹੈ ਕਿ ਜਿਹੜੀ ਵੀ ਸਾਡੇ ਕੋਲੇ ਡਾਟਾ ਹੈ, ਰਾ ਇਨਫੋਰਮੇਸ਼ਨ ਹੈ, ਜੇ ਅਸੀਂ ਉਹਨੂੰ ਮੈਥੇਮੈਟਿਕਸ ਦੇ ਫਾਰਮੂਲਿਆਂ ਨਾਲ ਕੈਲਕੂਲੇਟ ਕਰੀਏ ਤਾਂ ਬਿਲਕੁਲ ਐਕੂਰੇਟ ਰਿਜ਼ਲਟ ਹੈ ਜਿਹੜਾ ਉਹ ਕੱਢਿਆ ਜਾ ਸਕਦਾ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ 2 + 2 4 ਹੁੰਦੇ ਨੇ, ਇਹ ਮੈਥੇਮੈਟਿਕਸ ਸਾਨੂੰ ਦੱਸ ਦਿੰਦਾ ਹੈ। ਪਰੰਤੂ ਬਹੁਤ ਵਾਰੀ ਸਿਚੁਏਸ਼ਨ ਇਹੀ ਜਿਹੀ ਹੁੰਦੀ ਹੈ ਕਿ ਜਿੰਨਾ ਚਿਰ ਸਾਡੇ ਕੋਲੇ ਪੂਰੀ ਸੂਚਨਾ ਨਾ ਹੋਵੇ ਉਹਨਾਂ ਚਿਰ ਮੈਥ ਦਾ ਫਾਰਮੂਲਾ ਨਹੀਂ ਲੱਗਦਾ। ਜਿਵੇਂ ਆਪਾਂ ਜੇ ਦੇਖਣਾ ਹੋਵੇ ਨਾ ਕਿ ਜੇ ਸਾਡੇ ਕੋਲੇ ਮੂਲਧਨ ਇੰਨਾ ਤੇ ਸਾਡਾ ਇੰਟਰਸਟ ਰੇਟ ਇੰਨਾ ਤੇ ਇੰਨੇ ਸਾਲਾਂ ਦਾ ਵਿਆਜ ਕੱਢਣਾ ਹੈ, ਜੇ ਸਾਡੇ ਕੋਲੇ ਇਹ ਸਾਰੀਆਂ ਰਕਮਾਂ ਹੋਣ, ਰਾਸ਼ੀਆਂ ਹੋਣ, ਤਾਂ ਅਸੀਂ ਫਾਰਮੂਲਾ ਲਾ ਕੇ ਵਿਆਜ ਕੱਢ ਸਕਦੇ ਹਾਂ। ਪਰ ਜੇ ਸਾਨੂੰ ਇਹ ਹੈ ਕਿ ਸਾਡੇ ਕੋਲੇ ਇੱਕ ਮੂਲਧਨ ਅਮਾਊਂਟ ਹੈ ਤੇ ਅਸੀਂ 5 ਸਾਲਾਂ ਦੇ ਵਿੱਚ ਇਹ ਅਮਾਊਂਟ ਜੇ ਵਿਆਜ ਤੇ ਦੇਈਏ ਤਾਂ ਕਿੰਨੇ ਪੈਸੇ ਹੋ ਜਾਣਗੇ। ਹੁਣ ਸਾਡਾ ਵਿਆਜ ਦਾ ਰੇਟ ਹੈ ਜਿਹੜਾ ਉਹ ਤੈਅ ਨਹੀਂ ਹੈਗਾ ਕਿ ਸਾਨੂੰ ਕੀ ਮਿਲੇਗਾ। ਫਿਰ ਇਹਦਾ ਅਰਥ ਇਹ ਹੁੰਦਾ ਹੈ ਕਿ ਫਿਰ ਅਸੀਂ ਮਾਰਕੀਟ 'ਚੋਂ ਸਟੱਡੀ ਕਰੀਏ ਕਿ ਰੇਂਜ ਦੇਖ ਲਈਏ ਕਿ ਵਿਆਜ ਦਾ ਰੇਟ ਕਿੰਨੇ ਤੋਂ ਕਿੰਨੇ ਕੁ ਤੱਕ ਚੱਲ ਰਿਹਾ ਹੈ। ਸਪੋਜ਼ ਅਸੀਂ ਕਹੀਏ ਕਿ ਬੈਂਕਾਂ ਦਾ ਰੇਟ ਹੈਗਾ ਜੀ 5%, ਆੜ੍ਹਤੀਏ ਦਾ ਰੇਟ ਹੈਗਾ 8%, ਹੋਰ ਵੱਧ ਰਿਸਕ ਵਾਲੇ ਦਾ 10%। ਹੁਣ ਆਪਾਂ ਆਪਸ਼ਨ ਇਹ ਲਾਵਾਂਗੇ ਕਿ 5 ਤੋਂ 10% ਹੈ ਜਿਹੜਾ ਇਹ ਵਿਆਜ ਹੋ ਸਕਦਾ ਹੈ। ਇਹਦੀ ਇੱਕ ਆਪਾਂ ਰੇਂਜ ਦੱਸ ਦਾਂਗੇ ਕਿ ਟੋਟਲ ਇੱਥੋਂ ਲੈ ਕੇ 5% ਦੇ ਹਿਸਾਬ ਤੋਂ ਲੈ ਕੇ 10% ਦੇ ਵਿੱਚ ਸਾਨੂੰ ਇੰਨੇ ਪੈਸੇ ਇੰਟਰਸਟ ਦੇ ਮਿਲ ਸਕਦੇ ਨੇ। ਪਰ ਇਹਦੇ ਵਿੱਚ ਇਹ ਅਸੀਂ ਦੱਸਾਂਗੇ ਕਿ ਅਸੀਂ ਇਹ ਕੈਲਕੂਲੇਟ ਇਸ ਲਈ ਕੀਤਾ ਹੈ ਕਿਉਂਕਿ 5% ਬੈਂਕ ਦਾ ਰੇਟ ਹੈ, 8% ਆੜ੍ਹਤੀਏ ਦਾ ਰੇਟ ਹੈ ਤੇ 10% ਉਹ ਇੰਟਰਸਟ ਦਾ ਰੇਟ ਹੈ ਜਿਹ ਤੇ ਬਹੁਤ ਜ਼ਿਆਦਾ ਰਿਸਕ ਹੈ।
ਤੇ ਉਹਦੇ ਵਿੱਚ ਅਸੀਂ ਇਹ ਦੱਸ ਦਾਂਗੇ ਕਿ ਸਾਡਾ ਇਹਦੇ ਵਿੱਚ ਰਿਸਕ ਵੀ ਇੰਨਾ ਹੈ। ਸੋ ਇਸ ਕਰਕੇ ਸਿੰਪਲੀ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਜਿੱਥੇ ਸਾਡੇ ਕੋਲੇ ਸਾਰੀ ਸੂਚਨਾ ਨਹੀਂ ਹੁੰਦੀ ਉੱਥੇ ਅਸੀਂ ਪ੍ਰੈਡਿਕਸ਼ਨ ਕਰਨ ਲਈ, ਕੋਈ ਰਣਨੀਤੀ ਬਣਾਉਣ ਲਈ, ਜਿਵੇਂ ਆਪਾਂ ਬਿਜ਼ਨਸ ਕਰਦੇ ਹਾਂ, ਬਿਜ਼ਨਸ 'ਚ ਆਪਾਂ ਨੂੰ ਦੇਖਣਾ ਪੈਣਾ ਹੈ ਕਿ ਪ੍ਰੋਡਕਸ਼ਨ ਕਦੋਂ ਵਧਾਈਏ, ਕਦੋਂ ਘਟਾਈਏ, ਕਦੋਂ ਸਾਡੀ ਡਿਮਾਂਡ ਵਧੂਗੀ, ਕਿਹੜੇ ਸੀਜ਼ਨ 'ਚ ਉਹਦੇ ਰਿਸਪੈਕਟਿਵਲੀ ਅਸੀਂ ਪ੍ਰਾਈਸ ਵਧਾਈਏ, ਕਦੋਂ ਪ੍ਰਾਈਸ ਘੱਟ ਕਰੀਏ। ਇਹ ਸਾਰੀਆਂ ਨੀਤੀਆਂ, ਰਣਨੀਤੀਆਂ ਬਣਾਉਣ ਲਈ ਜਦੋਂ ਸਾਡੇ ਕੋਲੇ ਰਾ ਇਨਫੋਰਮੇਸ਼ਨ ਹੁੰਦੀ ਹੈ, ਪਰ ਉਹ ਤੇ ਮੈਥਮੈਟੀਕਲ ਫਾਰਮੂਲਾ ਨਹੀਂ ਲੱਗਦਾ ਕਿਉਂਕਿ ਸਾਡੇ ਕੋਲੇ ਕਰੈਕਟ ਇਨਫੋਰਮੇਸ਼ਨ ਨਹੀਂ ਹੁੰਦੀ। ਫਿਰ ਸਾਨੂੰ ਇਨਫੋਰਮੇਸ਼ਨ ਕੁਝ ਜਨਰੇਟ ਕਰਨੀ ਪੈਂਦੀ ਹੈ ਅੰਕੜਿਆਂ ਦੀ ਹੈਲਪ ਨਾਲ, ਜਿਹਨੂੰ ਅਸੀਂ ਸਟੈਟਿਸਟਿਕਸ ਕਹਿੰਦੇ ਆ ਜਾਂ ਅੰਕੜਾ ਵਿਗਿਆਨ ਕਹਿੰਦੇ ਆ। ਉਹ ਅੰਕੜਾ ਵਿਗਿਆਨ ਦੇ ਵਿੱਚ ਬੜਾ ਕੁਝ ਹੁੰਦਾ ਹੈ। ਕਈ ਵਾਰੀ ਅਸੀਂ ਪਾਸਟ ਟ੍ਰੈਂਡ ਲੈ ਲੈਂਦੇ ਆ ਕਿ ਪਹਿਲਾਂ ਕਿੱਦਾਂ ਦੇ ਟ੍ਰੈਂਡ ਸੀ। ਜਿੱਦਾਂ ਬਹੁਤ ਸਾਰੇ ਲੋਕੀ ਸਾਨੂੰ ਦੱਸਦੇ ਨੇ ਨਾ ਕਿ ਇਸ ਵਾਰ 5% ਜਿਹੜਾ ਵੋਟ ਘਟ ਗਿਆ, ਅਸੀਂ ਅੰਦਾਜ਼ਾ ਲਾ ਲੈਂਦੇ ਹਾਂ ਕਿ ਉਹ 5% ਵੋਟ ਘਟਿਆ, ਜਿਹੜਾ ਉਹ ਕਿਉਂ ਘਟਿਆ, ਉਹ ਸਾਨੂੰ ਸਟੱਡੀ ਕਰਕੇ ਪਤਾ ਲੱਗੂਗਾ ਕਿ ਕੀ ਮੌਜੂਦਾ ਸਰਕਾਰ ਤੋਂ ਸਰਕਾਰ ਦੇ ਵੋਟਰ ਨਿਰਾਸ਼ ਸੀ, ਇਸ ਕਰਕੇ ਰੇਟ ਘਟ ਗਿਆ, ਜਾਂ ਸਾਰੀਆਂ ਪਾਰਟੀਆਂ ਤੋਂ ਲੋਕ ਨਿਰਾਸ਼ ਨੇ, ਇਸ ਕਰਕੇ ਉਹਨਾਂ ਦੀ ਦਿਲਚਸਪੀ ਨਹੀਂ ਰਹੀ। ਇਸੇ ਕਰਕੇ ਅਸੀਂ ਕਈ ਵਾਰ ਕਹਿੰਦੇ ਹਾਂ ਕਿ ਜਦੋਂ ਪਰਸੈਂਟੇਜ ਵੱਧ ਜਾਂਦੀ ਹੈ ਉਹਦਾ ਅਸੀਂ ਉਦੋਂ ਅੰਦਾਜ਼ਾ ਲਾ ਲੈਂਦੇ ਹਾਂ ਕਿ ਕੁਝ % ਵੋਟ ਜਿਹੜੀ ਵੱਧ ਪਈ ਹੈ, ਇਹ ਸਾਨੂੰ ਦੇਖਣਾ ਪਊਗਾ ਕਿ ਸਰਕਾਰ ਨੇ ਬਹੁਤ ਅੱਛੇ ਕੰਮ ਕੀਤੇ ਨੇ ਉਹਦੇ ਕਰਕੇ ਪਈ ਹੈ, ਜਾਂ ਸਰਕਾਰ ਦੇ ਵਿਰੋਧ ਵਿੱਚ ਪਈ ਹੈ। ਪਰੰਤੂ ਉਹ ਸਾਰੀਆਂ ਵਿਧੀਆਂ ਅਸੀਂ ਰਿਜ਼ਲਟ ਕੱਢਣ ਤੋਂ ਪਹਿਲਾਂ ਉਹ ਵਿਧੀਆਂ ਦਰਸਾਉਂਦੇ ਹਾਂ ਕਿ ਅਸੀਂ ਆਹ ਵਿਧੀ ਇਹ ਸੋਚ ਕੇ ਇਸ ਤਰ੍ਹਾਂ ਰਿਜ਼ਲਟ ਕੱਢਿਆ। ਇਸ ਤੋਂ ਬਿਨਾਂ ਜਿਹੜੇ ਅਸੀਂ ਲੋਕਾਂ ਤੇ ਕੰਮ ਕਰ ਰਹੇ ਹੁੰਦੇ ਆ, ਉਹ ਸਾਰਿਆਂ ਨੂੰ ਅਸੀਂ ਪਾਪੂਲੇਸ਼ਨ ਕਹਿੰਦੇ ਆ। ਜਿਵੇਂ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜੇ ਰਿਜ਼ਲਟ ਕੱਢਣਾ ਹੈ ਤਾਂ ਪੰਜਾਬ ਦੇ ਜਿੰਨੇ ਵੋਟਰ ਨੇ, ਮੰਨ ਲਓ 1.5 ਕਰੋੜ ਵੋਟਰ ਹੈ, 2 ਕਰੋੜ ਵੋਟਰ ਹੈ, ਉਹ ਸਾਰੇ ਵੋਟਰ ਦੇ ਕਿੰਨੇ ਗਰੁੱਪ ਬਣ ਸਕਦੇ ਨੇ। ਮਤਲਬ ਉਹਨਾਂ ਦੇ ਵਿੱਚ ਦੇਖੋ ਹਿੰਦੂ, ਮੁਸਲਿਮ, ਸਿੱਖ, ਈਸਾਈ ਧਰਮ ਦੇ ਤੌਰ ਤੇ ਗਰੁੱਪ ਬਣ ਸਕਦੇ ਨੇ, ਮੇਲ ਫੀਮੇਲ ਇਸ ਕਿਸਮ ਦੇ ਗਰੁੱਪ ਬਣ ਸਕਦੇ ਨੇ, ਏਜ ਵੱਧ ਉਮਰ ਵਾਲੇ ਜਿਹੜੇ ਬਾਲਗ, ਟੀਨੇਜਰ, ਛੋਟੇ ਟੀਨੇਜਰ ਤਾਂ ਬਹੁਤ ਛੋਟੇ ਹੋ ਜਾਂਦੇ ਨੇ। ਮਤਲਬ ਇਹ ਕਹ ਲਈਏ ਵੀ ਜਿਹਦੀ ਵੋਟ ਪਹਿਲੀ ਵਾਰ ਬਣੀ ਹੈ ਉਹ, ਜਿਵੇਂ ਆਪਾਂ ਕਹੀਏ ਕਿ 18 ਤੋਂ 30 ਦਾ ਇੱਕ ਗਰੁੱਪ ਬਣਾ ਲਈਏ, 30 ਤੋਂ 45 ਦਾ ਇੱਕ ਗਰੁੱਪ ਬਣਾ ਲਈਏ, 45 ਤੋਂ ਉੱਪਰ ਵਾਲਿਆਂ ਦਾ ਇੱਕ ਗਰੁੱਪ ਬਣਾਈਏ। ਕਿਉਂ ਇਹ ਸਾਰਾ ਕੁਝ ਕਿਉਂ ਕਰਦੇ ਹਾਂ? ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਆਲਮੋਸਟ ਜਿਹੜੇ ਇੱਕ ਗਰੁੱਪ ਦੇ ਲੋਕ ਇੱਕੋ ਜਿਹੇ ਹੁੰਦੇ ਨੇ, ਠੀਕ ਹੈ ਨਾ, ਯੂਨੋਨਿਮਿਟੀ ਕਹਿੰਦੇ ਆ ਜਿਹਨੂੰ ਅਸੀਂ ਅੰਗਰੇਜ਼ੀ 'ਚ, ਉਹਨਾਂ ਨੂੰ, ਕਿ ਉਹਨਾਂ ਦੇ ਆਲਮੋਸਟ ਇੰਟਰਸਟ, ਉਹਨਾਂ ਦੇ ਕ੍ਰਾਈਸਿਸ, ਉਹਨਾਂ ਦੇ ਸੰਕਟ ਇੱਕੋ ਜਿਹੇ ਹੁੰਦੇ ਨੇ। ਜਿਵੇਂ ਆਪਾਂ ਕਹੀਏ ਮੁਲਾਜ਼ਮਾਂ ਦਾ ਇੱਕ ਗਰੁੱਪ ਬਣ ਸਕਦਾ ਹੈ, ਨੌਨ ਮੁਲਾਜ਼ਮ ਦਾ ਇੱਕ ਗਰੁੱਪ ਬਣ ਸਕਦਾ ਹੈ, ਮਜ਼ਦੂਰਾਂ ਦਾ ਇੱਕ ਗਰੁੱਪ ਬਣ ਸਕਦਾ ਹੈ, ਕਿਸਾਨਾਂ ਦਾ ਇੱਕ ਗਰੁੱਪ ਬਣ ਸਕਦਾ ਹੈ, ਵਪਾਰੀਆਂ ਦਾ ਇੱਕ ਗਰੁੱਪ ਬਣ ਸਕਦਾ ਹੈ। ਮਤਲਬ ਸਾਡੇ ਇੰਡੀਆ ਦੇ ਵਿੱਚ ਇੰਨੀ ਜ਼ਿਆਦਾ ਡਾਇਵਰਸਿਟੀ ਹੈ ਕਿ ਇੱਥੇ ਇੰਨੇ ਜ਼ਿਆਦਾ ਗਰੁੱਪ ਬਣਦੇ ਨੇ। ਉਹ ਗਰੁੱਪਾਂ ਦੇ ਵਿੱਚੋਂ ਜਿੱਥੇ ਸਿਮਿਲੈਰਿਟੀ ਨਹੀਂ ਹੈ, ਜੇਕਰ ਉੱਥੇ ਦੂਜੇ ਗਰੁੱਪ ਦੇ ਸੈਂਪਲ ਵੱਧ ਆ ਜਾਣਗੇ, ਸਿਮਿਲੈਰਿਟੀ ਨਹੀਂ ਹੈ, ਗਰੁੱਪ ਸਿਮਿਲਰ ਨਹੀਂ ਹੈਗੇ, ਤਾਂ ਕੁਦਰਤੀ ਹੈ ਉਹ ਇੱਕੋ ਗਰੁੱਪ ਦਾ ਪ੍ਰਭਾਵ ਜ਼ਿਆਦਾ ਰਿਫਲੈਕਟ ਕਰੇਗਾ। ਉਦਾਹਰਨ ਦੇ ਤੌਰ ਤੇ ਆਪਾਂ ਕਹੀਏ ਵੀ ਜੇ ਅਸੀਂ ਇੱਕ ਕਮਿਊਨਿਟੀ, ਮੰਨ ਲਓ ਮੁਲਾਜ਼ਮਾਂ ਦਾ ਸਾਰਾ ਸੈਂਪਲ ਲੈ ਲਿਆ, ਤੇ ਮੁਲਾਜ਼ਮਾਂ ਦੇ ਇੰਟਰਸਟ ਤੇ ਮਜ਼ਦੂਰ ਦੇ ਇੰਟਰਸਟ ਜਾਂ ਉਹਨਾਂ ਦੀ ਸੋਚ, ਉਹਨਾਂ ਦਾ ਰਹਿਣ ਸਹਿਣ 'ਚ ਤਾਂ ਫਰਕ ਹੋਏਗਾ ਨਾ। ਇਸ ਕਰਕੇ ਉਹਨਾਂ ਦਾ ਰਿਸਪੌਂਸ ਜੇ ਅਸੀਂ ਠੀਕ ਤਰੀਕੇ ਨਾਲ ਨਹੀਂ ਲੈਂਦੇ, ਇਹ ਸਾਨੂੰ ਦਿੱਕਤ ਆਊਗੀ। ਇਹ ਹਿੰਦੁਸਤਾਨੀ ਸਿਸਟਮ 'ਚ ਸਭ ਤੋਂ ਵੱਡੀ ਦਿੱਕਤ ਤਾਂ ਇੱਥੇ ਹੈ, ਚਾਹੇ ਆਪਾਂ ਓਪੀਨੀਅਨ ਪੋਲ ਵੀ ਕਰਦੇ ਹਾਂ ਉਦੋਂ ਵੀ, ਚਾਹੇ ਉਹ ਐਗਜ਼ਿਟ ਪੋਲ ਕਰੀਏ ਉਹਦੇ ਵਿੱਚ ਵੀ। ਜੇਕਰ ਸੈਂਪਲ ਦੀ ਰਿਪਰਜੈਂਟੇਸ਼ਨ ਉਹ ਗਰੁੱਪਾਂ ਨੂੰ ਸੈਂਪਲ ਰਿਪਰਜੈਂਟ ਨਹੀਂ ਕਰਦਾ, ਜਿਹੜੇ ਗਰੁੱਪ ਅਸੀਂ ਕਿਸੇ ਵਜ੍ਹਾ ਨਾਲ ਸਾਤੋਂ ਛੁੱਟ ਗਏ, ਫਿਰ ਅਸੀਂ ਜਿਵੇਂ ਕਹਿੰਦੇ ਹਾਂ ਕਿ ਮਾਲਵਾ, ਮਾਝਾ, ਦੁਆਬਾ, ਇਹ ਤਿੰਨੇ ਵੱਖਰੇ ਰੀਜਨ ਨੇ, ਇਹ ਰੀਜਨ ਦੇ ਵਿੱਚ ਸਬ ਰੀਜਨ ਹੋ ਸਕਦੇ ਨੇ। ਫਿਰ ਜਿਵੇਂ ਆਪਣੇ ਵਿੱਚ ਕਹਿੰਦੇ ਆ, ਪਹਿਲਾਂ ਤਾਂ ਅਸੀਂ ਇਹ ਵੈਸੇ ਕਹਿੰਦੇ ਆ ਨਾ ਕਿ ਸਿੱਖ, ਮੁਸਲਿਮ, ਹਿੰਦੂ ਇਸ ਤਰ੍ਹਾਂ ਕਰਦੇ ਆ, ਪਰ ਹੁਣ ਜਿਵੇਂ ਡੇਰੇ ਵਾਲਿਆਂ ਦਾ ਇੱਕ ਫੈਕਟਰ ਹੋ ਗਿਆ, ਡੇਰੇ ਵਾਲਿਆਂ ਦੇ ਫੈਕਟਰ ਦੇ ਨਾਲ ਨਾਲ ਇੱਕ ਹੋਰ ਡੇਰਾ ਹੋ ਗਿਆ, ਉਹ ਡੇਰੇ ਦੇ ਨਾਲ ਨਾਲ ਬਹੁਤ ਸਾਰੇ ਚੇਲੇ ਨੇ ਜਿਹੜੇ ਦਮਦਮੀ ਟਕਸਾਲ ਵੀ ਇੱਕ ਹੋ ਸਕਦੀ ਹੈ, ਰਾੜੇ ਵਾਲਿਆਂ ਦੇ ਕੋਈ ਚੇਲੇ ਹੋ ਸਕਦੇ ਨੇ। ਮਤਲਬ ਇੱਥੇ ਇੰਨੀ ਵੈਰਾਈਟੀ ਹੈ ਕਿ ਸਾਰੇ ਗਰੁੱਪਾਂ ਤੋਂ ਸੈਂਪਲ ਲੈਣਾ ਆਪਦੇ ਆਪ 'ਚ ਅਸੰਭਵ ਗੱਲ ਲੱਗਦੀ ਹੈ, ਜਿਹਦੇ ਕਰਕੇ ਇੱਥੇ ਜਦੋਂ ਵੀ ਆਪਾਂ ਰਿਜ਼ਲਟ ਕੱਢਾਂਗੇ, ਕੋਈ ਪ੍ਰੈਡਿਕਸ਼ਨ ਕਰਾਂਗੇ,
ਉਹਦੇ ਵਿੱਚ ਇੰਨੇ ਜ਼ਿਆਦਾ ਐਰਰ ਆਉਣਗੇ ਕਿ ਉਹ ਐਰਰ ਸਾਡੇ ਰਿਜ਼ਲਟ ਦੀ ਐਕੂਰੇਸੀ ਨੂੰ ਜਾਂ ਉਹ ਅਸਲੀਅਤ ਦੇ ਕਿੰਨਾ ਨੇੜੇ ਹੈ ਉਹਦੀ ਡਿਗਰੀ ਨੂੰ ਨੀਚੇ ਲੈ ਕੇ ਆਏਗਾ। ਸਿੱਧਾ ਸਿੱਧਾ ਮੈਂ ਇਹ ਕਹਾਂ ਕਿ ਇਹੀ ਜੀ ਸਿਚੁਏਸ਼ਨ 'ਚ ਵਿਸ਼ਵਾਸਯੋਗਤਾ ਦੇ ਉੱਤੇ ਬਹੁਤ ਵੱਡਾ ਸਵਾਲ ਹੋਏਗਾ। ਫਿਰ ਰਿਸਰਚ ਦੇ ਵਿੱਚ ਜਿਹੜੀ ਗੱਲ ਇਹ ਰਾਤੀ ਮੈਂ ਵੀ ਦੇਖਿਆ, ਜਿੰਨੇ ਸਰਵੇ ਟੀਵੀ ਤੇ ਡਿਸਕਸ ਹੋਏ ਨੇ, ਇੱਕ ਵੀ ਸਰਵੇ ਦਾ ਉਹਨਾਂ ਨੇ ਮੈਥਡ ਨਹੀਂ ਦੱਸਿਆ ਵੀ ਇਹ ਕੀਤੇ ਕਿਵੇਂ ਗਏ ਨੇ। ਜੇ ਤੁਹਾਨੂੰ ਮੈਂ ਸਰੋਤਿਆਂ ਨੂੰ ਐਕਸਪਲੇਨ ਕਰਾਂ ਕਿ ਜਿਹੜਾ ਐਗਜ਼ਿਟ ਪੋਲ ਦਾ ਕਨਸੈਪਟ ਆਇਆ ਸੀ, ਐਗਜ਼ਿਟ ਪੋਲ ਦਾ ਇਹ ਸੀ ਕਿ ਇੱਕ ਤੇ ਅਸੀਂ ਉਹ ਵਿਅਕਤੀ ਦਾ ਸੈਂਪਲ ਲੈਣਾ ਹੈ ਜਿਹੜਾ ਇੱਕਦਮ ਐਗਜ਼ਿਟ ਕਰੇ, ਵੋਟ ਪਾ ਕੇ ਬਾਹਰ ਆਵੇ, ਤੇ ਉਹਨੂੰ ਇਹ ਪਹਿਲਾਂ ਦੱਸਿਆ ਜਾਵੇ ਕਿ ਦੇਖੋ ਤੁਹਾਡਾ ਕਿਸੇ ਨੂੰ ਪਤਾ ਨਹੀਂ ਲੱਗੇਗਾ, ਸੀਕ੍ਰੇਟ ਰਹੇਗਾ। ਉਹਨੂੰ ਸੇਮ ਬੈਲਟ ਪੇਪਰ, ਉਦੋਂ ਬੈਲਟ ਪੇਪਰ ਹੁੰਦੇ ਸੀ, ਬੈਲਟ ਪੇਪਰ ਫੜਾ ਦਿੱਤਾ ਜਾਂਦਾ ਸੀ ਕਿ ਤੇਰਾ ਕੋਈ ਪਤਾ ਨਹੀਂ ਲੱਗੂਗਾ, ਉਹ ਬੈਲਟ ਪੇਪਰ ਤੇ ਸੇਮ ਥਾਂ ਤੇ ਸਟੈਂਪ ਲਾ ਕੇ ਤੂੰ ਸਾਡੇ ਬਕਸੇ 'ਚ ਪਾ ਦੇ। ਪਰ ਉਹਦੇ ਵਿੱਚ ਕੰਡੀਸ਼ਨ ਹੁੰਦੀ ਸੀ ਕਿ ਇਸ ਇੰਟਰੈਕਸ਼ਨ ਤੋਂ ਪਹਿਲਾਂ ਉਹ ਵਿਅਕਤੀ ਬੂਥ ਤੇ ਬੈਠੇ ਕਿਸੇ ਹੋਰ ਲੋਕਾਂ ਨੂੰ ਨਾ ਮਿਲੇ। ਉਹਦਾ ਕਾਰਨ ਇਹ ਸੀ ਕਿ ਮੰਨ ਲਓ ਮੇਰਾ ਇੱਕ ਵਿਅਕਤੀ ਦੇ ਪ੍ਰਭਾਵ ਹੈ, ਮੈਂ ਉਹਨੂੰ ਕਹਿ ਕੇ ਭੇਜਿਆ ਕਿ ਤੂੰ ਵੋਟ A ਪਾਰਟੀ ਨੂੰ ਪਾਉਣੀ ਹੈ, ਪਰ ਉਹ ਅੰਦਰ ਜਾ ਕੇ B ਪਾਰਟੀ ਨੂੰ ਪਾਇਆ ਆ। ਹੁਣ ਉਹ ਨਿਕਲਣ ਵੇਲੇ ਮੈਨੂੰ ਮਿਲਿਆ, ਮੈਂ ਪੁੱਛਿਆ ਉਹਨੂੰ ਕਿ ਵੋਟ ਪਾਇਆ ਹੈ, ਉਹ ਕਹਿੰਦਾ ਹਾਂਜੀ ਪਾਇਆ ਆ। ਮੇਰੇ ਵਾਲੇ ਨੂੰ ਪਾਇਆ ਹੈ, ਉਹ ਕਹਿੰਦਾ ਹਾਂਜੀ ਪਾਇਆ ਆ। ਮੰਨ ਲਓ ਇਨ ਦਾ ਮੀਨ ਟਾਈਮ ਉਹਨੂੰ ਐਗਜ਼ਿਟ ਪੋਲ ਵਾਲੀ ਟੀਮ ਮਿਲ ਗਈ। ਹੁਣ ਉਹਦੀ ਓਪੀਨੀਅਨ ਵਾਇਸਡ ਹੋਏਗੀ, ਪ੍ਰਭਾਵਿਤ ਹੋ ਜਾਏਗੀ। ਹੋ ਸਕਦਾ ਤੁਹਾਨੂੰ ਅਸਲੀ ਗੱਲ ਉਹ ਜੋ ਉਹਦੇ ਮਨ 'ਚ ਚੱਲ ਰਹੀ ਸੀ ਉੱਥੇ ਹੁਣ ਇਹ ਸੁਭਾਅ ਦੀ ਬੜੀਆਂ ਪ੍ਰੋਬਲਮਸ ਨੇ ਕਿ ਉਹ ਹੋ ਸਕਦਾ ਤੁਹਾਨੂੰ ਗਲਤ ਰਿਸਪੌਂਸ ਦੇ ਜਾਵੇ, ਉਹ ਠੀਕ ਨਹੀਂ ਆਏਗਾ। ਐਗਜ਼ਿਟ ਪੋਲ ਇਸ ਤਰ੍ਹਾਂ ਸਟਾਰਟ ਹੋਏ ਸੀ। ਫਿਰ ਇਹ ਦੱਸਦੇ ਸੀ ਵੀ ਅਸੀਂ ਕਿੱਥੋਂ ਕਿੱਥੋਂ ਸੈਂਪਲ ਲਏ, ਤੇ ਇਹਦੇ ਵਿੱਚ ਇਹ ਵੀ ਲਿਮਿਟੇਸ਼ਨ ਹੁੰਦੀ ਸੀ ਵੀ ਮੰਨ ਲਓ ਜਦੋਂ ਕੋਈ ਵੀ ਵਿਅਕਤੀ ਨਿਕਲਿਆ, ਤੁਸੀਂ ਉਸ ਤੋਂ ਬਾਅਦ 15ਵਾਂ ਜਾਂ 20ਵਾਂ ਇੱਕ ਵਿਅਕਤੀ ਹੈ ਜਿਹੜਾ ਉਹ ਫੜਨਾ ਹੈ, ਉਸ ਤੋਂ ਨਾਲ ਵਾਲਾ ਨਹੀਂ ਫੜਨਾ। ਉਹਦਾ ਕਾਰਨ ਵੀ ਇਹੀ ਸੀ ਕਿ ਜੇ ਮੰਨ ਲਓ ਆਪਾਂ ਗਏ ਇੱਕ ਪੋਲਿੰਗ ਬੂਥ ਤੇ ਟੀਮ ਲੈ ਕੇ, ਉੱਥੋਂ ਜਿਹੜੇ 10 ਬੰਦੇ ਨਿਕਲੇ, 10 ਬੰਦਿਆਂ ਤੋਂ ਆਪਾਂ ਨੇ ਉਹਨਾਂ ਦੀ ਰਾਏ ਲੈ ਲਈ। ਹੁਣ ਉਹ ਜਿਹੜੇ 10 ਬੰਦੇ ਨਿਕਲੇ ਨੇ ਇਕੱਠੇ, ਚਾਂਸ ਨੇ ਕਿ ਉਹ ਇੱਕੋ ਗਰੁੱਪ ਦੇ ਹੋਣ, ਕਿਉਂਕਿ ਲਾਈਨ 'ਚ ਇਕੱਠੇ ਖੜੇ ਸੀ, ਜਾਂ ਇੱਕੋ ਪਰਿਵਾਰ ਦੇ ਹੋਣ, ਇੱਕੋ ਧਰਮ ਦੇ ਹੋਣ, ਇੱਕੋ ਕਲੈਨ ਦੇ ਹੋਣ, ਇੱਕੋ ਪਾਰਟੀ ਦੇ ਹੋਣ, ਤਾਂ ਉਹਨਾਂ ਅਸੀਂ ਤਾਂ ਆਪਦੇ ਵੱਲੋਂ ਇਹ ਸਮਝਿਆ ਕਿ ਅਸੀਂ 100 ਦੇ ਵਿੱਚੋਂ 10 ਸੈਂਪਲ ਲੈ ਲਏ। ਪਰ ਉਹ 10 ਸੈਂਪਲ ਸਾਡੇ ਕੋਲੋਂ ਤਾਂ ਇੱਦਾਂ ਦੇ ਲਏ ਗਏ ਕਿ ਆਲਮੋਸਟ ਉਹਨਾਂ ਦੀ ਓਪੀਨੀਅਨ ਤਾਂ ਇੱਕੋ ਜਿਹੀ ਹੋਊਗੀ, ਤੇ ਉਹ ਸਾਰੇ ਰਿਜ਼ਲਟ ਦੇ ਵਿੱਚ ਗੜਬੜ ਕਰ ਦੇਣਗੇ। ਸੋ ਇੱਥੇ ਕਿਸੇ ਨੇ ਵੀ ਇਹ ਵਿਧੀ ਨਹੀਂ ਦੱਸੀ ਕਿ ਐਗਜ਼ਿਟ ਪੋਲ ਜਿਹੜੇ ਕੀਤੇ ਨੇ ਇਹਨਾਂ ਦੀ ਵਿਧੀ ਕੀ ਸੀ। ਜੇ ਮੈਨੂੰ ਕੋਈ ਵੀ ਬੰਦਾ ਦੱਸ ਦੇ ਇਹਨਾਂ ਦੇ 10 ਦੇ 10 ਦੀ ਵਿਧੀ, ਔਰ ਕਿਸੇ ਵੀ ਰਿਸਰਚਰ ਨੂੰ ਦੱਸ ਦੇ, ਕਿਸੇ ਆਮ ਬੰਦੇ ਨੂੰ ਦੱਸ ਦੇ, ਤਾਂ ਪਹਿਲੀ ਗੱਲ ਤਾਂ ਅਸੀਂ ਵਿਧੀ ਦੇ ਬੇਸ ਤੇ ਕੱਢ ਦਿਆਂਗੇ ਕਿ ਆਹ ਜਿਹੜੇ ਪੋਲ ਨੇ ਇਹਨਾਂ ਦੀ ਭਰੋਸੇਯੋਗਤਾ ਬਹੁਤ ਘੱਟ ਹੈ, ਆਹ ਜਿਹੜੇ ਪੋਲ ਨੇ ਇਹਨਾਂ ਦੀ ਭਰੋਸੇਯੋਗਤਾ ਵੱਧ ਹੋ ਸਕਦੀ ਹੈ ਇਹਨਾਂ ਕਾਰਨਾਂ ਕਰਕੇ। ਠੀਕ ਹੈ ਕਿ ਨਹੀਂ। ਦੂਜਾ, ਇਹਨਾਂ ਨੇ ਜਿਹੜੀ ਪੋਲ ਕੀਤੇ ਨੇ ਇਹਦੇ ਵਿੱਚ ਕਿਤੇ ਨਹੀਂ ਦੱਸਿਆ ਕਿ ਸੈਂਪਲ ਕਿੰਨਾ ਹੈ। ਸਟੈਟ ਦੇ ਵਿੱਚ ਅਸੀਂ ਇੱਕ ਮਿਨੀਮਮ ਡਿਫਾਈਨ ਕੀਤਾ ਹੁੰਦਾ, ਉਹਦੀ ਪਰਿਭਾਸ਼ਾ ਹੁੰਦੀ ਹੈ ਕਿ ਟੋਟਲ ਪਾਪੂਲੇਸ਼ਨ ਦਾ ਇੰਨੇ % ਸੈਂਪਲ ਮਿਨੀਮਮ ਜੇ ਹੋਵੇ ਤਾਂ ਰਿਜ਼ਲਟ ਨੂੰ ਜਨਰਲਾਈਜ਼ ਸੋਚਿਆ ਜਾ ਸਕਦਾ, ਵੀ ਕੀਤਾ ਜਾ ਸਕਦਾ ਕਿ ਸਾਰੇ ਲੋਕ ਇੱਦਾਂ ਸੋਚਦੇ ਹੋਣਗੇ। ਪਰ ਜੇ ਆਪਾਂ ਕਹੀਏ ਕਿ ਸੈਂਪਲ ਦੇ ਵਿੱਚ 2 ਕਰੋੜ ਵੋਟਰਾਂ ਦੇ ਵਿੱਚੋਂ ਹਰ ਇੱਕ ਬੂਥ ਤੋਂ ਇਹਨਾਂ ਨੇ 2-2 3-3 ਸੈਂਪਲ ਲੈ ਲਏ, ਮੰਨ ਲਓ, ਅਤੇ ਸਾਰੇ ਬੂਥ ਵੀ ਕਵਰ ਨਹੀਂ ਕਰੇ, ਉਹ ਬੂਥ ਵੀ ਕਿੱਦਾਂ ਲਏ ਨੇ ਇਹ ਵੀ ਡਿਪੈਂਡ ਕਰੇਗਾ। ਮੰਨ ਲਓ ਜੇ ਅਸੀਂ ਉਹ ਸਾਰੇ ਬੂਥ ਨੇ ਟੀਮ ਆਪਣੀ ਸੁਵਿਧਾ ਅਨੁਸਾਰ ਇੱਕੋ, ਮੰਨ ਲਓ ਇੱਕ ਕੰਸਟੀਚੁਐਂਸੀ ਹੈ, ਇੱਕ ਕੰਸਟੀਚੁਐਂਸੀ ਦੇ ਵਿੱਚ ਸ਼ਹਿਰ ਦੇ ਬੂਥ ਵੀ ਹੋਣਗੇ, ਪਿੰਡ ਦੇ ਬੂਥ ਹੋਣਗੇ, ਗਰੀਬਾਂ ਦੇ ਬੂਥ ਵੀ ਹੋ ਸਕਦੇ ਨੇ, ਹਾਈ ਕਲਾਸ ਦਾ ਬੂਥ ਵੀ ਹੋ ਸਕਦਾ ਹੈ, ਚਾਹੇ ਉਹ ਕੁਦਰਤੀ ਉੱਥੇ ਜ਼ਿਆਦਾ ਹੋਣ ਉਹਨਾਂ ਦਾ ਏਰੀਆ। ਤੇ ਕੀ ਜਿਹੜੇ ਉਹ ਬੂਥ ਤੋਂ ਸੈਂਪਲ ਇਹਨਾਂ ਨੇ ਲਿਆ ਕੀ ਐਦਾਂ ਡਿਵਾਈਡ ਕਰਕੇ ਲਿਆ? ਕਿਤੇ ਇਹ ਤਾਂ ਨਹੀਂ ਵੀ ਮੰਨ ਲਓ ਆਪਾਂ ਪਟਿਆਲੇ ਦਾ ਸੈਂਪਲ ਲੈਣ ਲਈ ਆਪਾਂ ਨੂੰ ਜਲਦੀ ਆ ਬਹੁਤ ਫਟਾਫਟ, ਕਿਉਂਕਿ ਉਹ ਸਾਰਾ 8 ਘੰਟਿਆਂ 'ਚ ਕੰਮ ਨਿਪਟਾਉਣਾ ਹੈ ਨਾ ਆਪਾਂ। ਫਿਰ ਉਹ ਜਿਹੜਾ 8 ਘੰਟਿਆਂ ਦੇ ਵਿੱਚ ਕੰਮ ਨਿਪਟਾਉਣਾ ਹੈ, ਆਪਾਂ ਫਟਾਫਟ ਬੂਥ ਤੇ ਗਏ ਕਿ ਇੱਕੋ ਏਰੀਏ ਦੇ, ਮੰਨ ਲਓ ਮੋਦੀ ਕਾਲਜ ਦੇ ਨੇੜੇ ਪਹੁੰਚੇ ਆਪਾਂ, ਜਾਂ ਮਹਿੰਦਰਾ ਕਾਲਜ ਦੇ ਨੇੜੇ ਪਹੁੰਚੇ, ਜਾਂ ਕਿਸੇ ਹੋਰ ਸ਼ਹਿਰ ਦੇ ਸੈਂਟਰ ਦੇ ਵਿੱਚ ਪਹੁੰਚੇ, ਉੱਥੇ ਹੀ ਫਟਾਫਟ ਸੈਂਪਲ ਲੈ ਲਏ। ਤੇ ਕੰਸਟੀਚੁਐਂਸੀ ਦੇ ਵਿੱਚ ਜੇ 400 ਬੂਥ ਨੇ, ਦੂਜੇ ਹਲਕੇ ਦਾ ਕੁਝ ਹੋਰ ਝੁਕਾਅ ਹੋ ਸਕਦਾ ਹੈ, 10 ਪਿੰਡਾਂ ਦਾ ਝੁਕਾਅ ਹੋਰ ਹੋ ਸਕਦਾ, 5 ਪਿੰਡਾਂ ਦਾ ਝੁਕਾਅ ਹੋਰ ਹੋ ਸਕਦਾ ਹੈ। ਜੇਕਰ ਉਹ ਸਾਰਾ ਕੁਝ ਬਹੁਤ
ਸੁਚੱਜੇ ਤਰੀਕੇ ਨਾਲ ਨਹੀਂ ਲਿਆ ਗਿਆ ਤਾਂ ਇਹਨਾਂ ਦੀ ਜਿਹੜੀ ਵਿਸ਼ਵਾਸਯੋਗਤਾ ਨਹੀਂ ਰਹਿੰਦੀ। ਤੇ ਇਸ ਕਰਕੇ ਮੈਨੂੰ ਡਰ ਹੈ ਜਦੋਂ ਕਿਸੇ ਨੇ ਦੱਸਿਆ ਹੀ ਨਹੀਂ ਕਿ ਇਹਦਾ ਮੈਥਡ ਕੀ ਹੈ ਤੇ ਇਹਦਾ ਐਨਾਲਿਸਿਸ ਕਿਹੜੇ ਮੈਥਡ ਨਾਲ ਕੀਤਾ ਹੈ, ਕੀ ਸਾਰੇ ਗਰੁੱਪਾਂ ਦੀ ਰਿਪਰੈਜ਼ੈਂਟੇਸ਼ਨ ਹੈ ਜਾਂ ਨਹੀਂ ਹੈ, ਫਿਰ ਇਸ ਕਰਕੇ ਦਿੱਕਤ ਆਉਂਦੀ ਹੈ ਕਿ ਇਹਨਾਂ ਦੀ ਭਰੋਸੇਯੋਗਤਾ ਤੇ ਬੜਾ ਵੱਡਾ ਸਵਾਲ ਹੈ। ਔਰ ਪਿਛਲੇ ਸਮੇਂ ਦੇ ਵਿੱਚ ਇਹ ਸਾਬਤ ਹੋ ਚੁੱਕਿਆ ਹੈ ਕਿ ਹਾਂ ਅਲਟੀਮੇਟਲੀ ਕੀ ਹੈ, ਇਹਦੇ ਵਿੱਚੋਂ ਇੱਕ ਹੋਰ ਨਵਾਂ ਇੱਕ ਹੱਲ ਕੱਢ ਲਿਆ ਕਿ ਜੀ ਸਾਰਿਆਂ ਦੀ ਐਵਰੇਜ ਹੀ ਕੱਢ ਕੇ ਤੁਸੀਂ ਕਹਿ ਦਿਓ ਜੀ ਵੀ ਆਹ ਠੀਕ ਹੈ। ਧਾਲੀਵਾਲ ਸਾਹਿਬ ਇੱਕ ਗੱਲ ਹੋਰ ਵੀ ਹੈ ਨਾ ਕਿ ਜਿਵੇਂ ਪੰਜਾਬ ਦੀ ਗੱਲ ਕਰਦੇ ਹਾਂ ਆਪਾਂ ਜੀ, ਇੱਕ ਦਿਨ ਬਾਅਦ ਰਿਜ਼ਲਟ ਨੇ 10 ਮਾਰਚ ਨੂੰ ਨਤੀਜੇ ਨੇ, 2 ਦਿਨ ਪਹਿਲਾਂ ਐਗਜ਼ਿਟ ਪੋਲ ਦਾ ਮੰਤਵ ਕੀ ਹੈ, ਮੰਤਵ ਹੈ ਤੇ ਇਹਦਾ ਫਾਇਦਾ ਕਿਹਨੂੰ ਹੁੰਦਾ? ਇਹ ਗੱਲ ਬਹੁਤ ਹੀ ਮਹੱਤਵਪੂਰਨ ਹੈ। ਐਕਚੁਅਲੀ ਜਦੋਂ ਅਸੀਂ ਬਿਜ਼ਨਸ ਦੇ ਵਿੱਚ ਦੇਖਦੇ ਹਾਂ, ਬਿਜ਼ਨਸ ਦੇ ਵਿੱਚ ਜਦੋਂ ਅਸੀਂ ਕੋਈ ਐਦਾਂ ਦੀ ਇਨਫੋਰਮੇਸ਼ਨ ਹੈ ਜਿਹੜੀ ਸੂਚਨਾ ਹੈ ਉਹ ਜਨਰੇਟ ਕਰਨੀ ਹੁੰਦੀ ਹੈ ਕਿ ਕੱਲ ਨੂੰ ਆਉਣ ਵਾਲੇ ਸਮੇਂ 'ਚ ਕੀ ਵਾਪਰੇਗਾ, ਤਾਂ ਕਿ ਜਿਹੜਾ ਕੁਝ ਆਉਣ ਵਾਲੇ ਸਮੇਂ 'ਚ ਵਾਪਰੇਗਾ ਆਪਾਂ ਉਹਦੇ ਅਨੁਸਾਰ ਪਹਿਲਾਂ ਪ੍ਰੋਐਕਟਿਵ ਕਹਿੰਦੇ ਆ ਉਹਨੂੰ, ਕਿ ਪਹਿਲਾਂ ਤਿਆਰ ਹੋ ਜਾਈਏ ਕਿ ਕੱਲ ਨੂੰ ਜੇ ਆਪਾਂ ਪ੍ਰੈਡਿਕਸ਼ਨ ਕੀਤੀ ਕਿ ਪਰਸੋਂ ਨੂੰ ਮੀਂਹ ਆਏਗਾ, ਫਿਰ ਆਪਾਂ ਸੋਚੀਏ ਕਿ ਫਸਲ ਬੀਜਣੀ ਹੈ ਕਿ ਨਹੀਂ, ਇਹਦੇ ਲਈ ਉਹਦਾ ਫਾਇਦਾ ਹੈ। ਸੋ ਇਸੇ ਤਰ੍ਹਾਂ ਜਿਹੜੇ ਓਪੀਨੀਅਨ ਪੋਲ ਕਰਵਾਏ ਜਾਂਦੇ ਨੇ, ਓਪੀਨੀਅਨ ਪੋਲ ਦਾ ਮਤਲਬ ਇਹ ਹੁੰਦਾ ਹੈ ਕਿ ਉਹਦੇ ਵਿੱਚ ਸੰਬੰਧਿਤ ਪਾਰਟੀ ਜਿਹੜੀ ਪੋਲ ਕਰਾਉਂਦੀ ਹੈ ਉਹ ਇਹ ਦੇਖ ਲੈਂਦੀ ਹੈ ਕਿ ਸਾਡੀਆਂ ਕਿੱਥੇ ਕਿੱਥੇ ਵੀਕਨੈਸਿਸ ਨੇ, ਕਿੱਥੇ ਕਿੱਥੇ ਸਾਡੀਆਂ ਸਟਰੈਂਥ ਨੇ, ਕਿੱਥੇ ਸਾਡੀ ਤਾਕਤ ਆ, ਕਿੱਥੇ ਸਾਡੀ ਕਮਜ਼ੋਰੀ ਹੈ, ਕਮਜ਼ੋਰੀ ਦੇ ਵਿੱਚ ਸਾਨੂੰ ਕਿਹੜੀਆਂ ਨਵੀਆਂ ਰਣਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ, ਜਿੱਥੇ ਸਾਡੀ ਤਾਕਤ ਹੈ ਉਹਨੂੰ ਹੋਰ ਵਧਾਉਣ ਲਈ ਕਿਹੜੀਆਂ ਰਣਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ, ਠੀਕ ਹੈ ਕਿ ਨਹੀਂ। ਪਰੰਤੂ ਇਹਦੇ ਵਿੱਚ ਇੱਕ ਮੇਰੇ ਸਮਝ ਤੋਂ ਇਹ ਬਾਹਰ ਹੈ ਕਿ ਜਦੋਂ ਕੱਲ 7 ਤਰੀਕ ਨੂੰ ਐਗਜ਼ਿਟ ਪੋਲ ਆਏ ਨੇ, ਇਹ ਐਗਜ਼ਿਟ ਪੋਲ ਦੀ ਜਿਹੜੀ ਸੂਚਨਾ ਆ ਗਈ, ਇਹਦਾ ਮੈਨੂੰ ਨਾ ਤਾਂ ਇਹ ਸਮਝ ਲੱਗਦੀ ਕਿ ਸਰਕਾਰਾਂ ਨੂੰ ਐਡਾ ਵੱਡਾ ਫਾਇਦਾ ਹੋ ਜਾਵੇ ਕਿ ਇਹ ਆਉਣ ਵਾਲੇ 3 ਦਿਨਾਂ 'ਚ ਇਹ ਐਡੀਆਂ ਸਾਡੀਆਂ ਸਰਕਾਰਾਂ ਸਿਆਣੀਆਂ ਹੋਣ ਕਿ 3 ਦਿਨਾਂ 'ਚ ਪਲਾਨ ਕਰਨ ਕਿ ਕਿਹੜਾ ਕਿਹੜਾ ਅਫਸਰ ਕਿੱਥੇ ਲਾਉਣਾ, ਕੀ ਲਾਉਣਾ, ਸਰਕਾਰ ਤਾਂ ਸਾਡੀ ਬਣਨ ਲੱਗੂਗੀ ਤੇ ਆਉਣ ਕਿੱਦਾਂ ਦਾ ਬਜਟ ਬਣਾਉਣਾ, ਕਿੱਦਾਂ ਦੀਆਂ ਨੀਤੀਆਂ ਬਣਾਉਣੀਆਂ ਨੇ, ਕਿਉਂਕਿ ਉਹ 10 ਤਰੀਕ ਜਦੋਂ ਆ ਜਾਣੀਆਂ ਨੀਤੀਆਂ ਤਾਂ ਉਦੋਂ ਬਾਅਦ ਹੀ ਬਣਨੀਆਂ ਨੇ। ਦੂਜਾ, ਇਹਨਾਂ ਦੀ ਭਰੋਸੇਯੋਗਤਾ ਕੋਈ ਨਹੀਂ ਹੈਗੀ। ਇੱਕ ਗੱਲ ਇਹਦੇ ਵਿੱਚ ਇਹ ਅਜੀਬ ਹੈ ਜਿਹੜੀ ਮੈਂ ਸਮਝਦਾ ਕਿ ਜੇ ਆਪਾਂ ਦੇਖੀਏ ਫਿਰ ਵੀ ਇਹਦਾ ਮੰਤਵ ਕੀ ਹੈ, ਇਹਦਾ ਮੰਤਵ ਕੋਈ ਪੋਲੀਟੀਕਲ ਪਾਰਟੀਆਂ ਨੂੰ ਇਹਦਾ ਕੋਈ ਫਾਇਦਾ ਨਹੀਂ ਹੁੰਦਾ। ਸਿਰਫ ਤੇ ਸਿਰਫ ਮੈਨੂੰ ਇਹ ਲੱਗ ਰਿਹਾ ਹੈ ਵੀ ਜਿਹੜੇ ਚੈਨਲ ਨੇ ਉਹਨਾਂ ਦੀ TRP ਦਾ ਸ਼ਾਇਦ ਕੋਈ ਫਾਇਦਾ ਹੁੰਦਾ ਹੋਵੇ, ਪਰ ਕਿਤੇ ਕਿਤੇ ਮੈਨੂੰ ਇਹ ਵੀ ਲੱਗਦਾ ਹੈ ਵੀ ਭਾਵੇਂ ਉਹਨਾਂ ਦੀ TRP ਦਾ ਕੁਝ ਫਾਇਦਾ ਹੁੰਦਾ ਹੋਵੇ ਪਰ ਉਹਨਾਂ ਦੀ ਭਰੋਸੇਯੋਗਤਾ ਵੀ ਦਾਅ ਤੇ ਲੱਗਦੀ ਹੈ। ਜੇਕਰ ਉਹ TV ਚੈਨਲਾਂ ਨੇ ਜਿਹੜਿਆਂ ਨੇ ਖੁਦ ਸਰਵੇ ਕਰਾਏ ਨੇ ਜਾਂ ਜਿਨ੍ਹਾਂ ਨੇ ਰਿਸਰਚ ਟੀਮਾਂ ਹਾਇਰ ਕੀਤੀਆਂ ਨੇ, ਕੱਲ ਨੂੰ ਉਹ ਫੇਰ ਉਹਨਾਂ ਦਾ ਸਰਵੇ ਆਊਗਾ ਤਾਂ ਉਹਨਾਂ ਦੀ ਭਰੋਸੇਯੋਗਤਾ ਤਾਂ ਕੋਈ ਨਹੀਂ ਰਹਿੰਦੀ। ਰਾਤੀ ਵੀ ਡਿਸਕਸ਼ਨ 'ਚ ਬੜਾ ਕੁਝ ਆਇਆ ਵੀ ਇਹਨਾਂ ਦੀ ਭਰੋਸੇਯੋਗਤਾ ਤਾਂ ਕੋਈ ਹੈ ਨਹੀਂ ਜੀ। ਤੇ ਉਹਦੇ ਵਿੱਚ ਹੁਣ ਇੱਕ ਸਮਝ ਇਹ ਆ ਰਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਵਪਾਰ ਇਲੈਕਸ਼ਨਾਂ ਦੇ ਦੌਰਾਨ ਚੱਲ ਰਿਹਾ ਹੈ ਜਿਹਨੂੰ ਤੁਸੀਂ ਦੜਾ ਸੱਟਾ ਕਹਿੰਦੇ ਹੋ, ਜਿਵੇਂ ਕ੍ਰਿਕਟ ਤੇ ਚੱਲਦਾ ਸੀ। ਮਤਲਬ ਸੱਟਾ ਬਾਜ਼ਾਰ ਦੇ ਵਿੱਚ ਸਮਝਿਆ ਇਹ ਜਾਂਦਾ ਹੈ ਕਿ ਜਿਹੜਾ ਇਲੀਗਲ ਹੈ ਉਹ ਕਾਨੂੰਨ ਮੁਤਾਬਕ ਪ੍ਰਬੰਧਿਤ ਨਹੀਂ ਹੈ, ਪਰੰਤੂ ਉਹਦੇ ਵਿੱਚ ਕਰੋੜਾਂ ਰੁਪਏ ਦੀਆਂ ਸ਼ਰਤਾਂ ਲੱਗਦੀਆਂ ਨੇ। ਹੁਣ ਇਹਦਾ ਇੱਕੋ ਇੱਕ ਗੱਲ ਇਹ ਸਮਝ ਆਉਂਦੀ ਹੈ ਕਿ ਇਸ ਦੇ ਵਿੱਚ ਲੋਕਾਂ ਦੀ ਓਪੀਨੀਅਨ ਨੂੰ, ਲੋਕਾਂ ਦੀ ਰਾਏ ਨੂੰ ਪ੍ਰਭਾਵਿਤ ਕਰਨ ਲਈ ਕਿ ਕੌਣ ਜਿੱਤੇਗਾ, ਉਹਨਾਂ ਵਿੱਚ ਇੱਕ ਇਨਫੋਰਮੇਸ਼ਨ ਛੱਡ ਦਿੱਤੀ ਜਾਵੇ ਕਿ ਆਹ ਰਿਜ਼ਲਟ ਆਉਣ ਵਾਲੇ ਨੇ, ਉਹਦੇ ਬੇਸ ਤੇ ਉਹ ਆਪਣਾ ਸੱਟਾ ਲਾ ਸਕਣ। ਹੁਣ ਅਲਟੀਮੇਟਲੀ ਫਿਰ ਜੇ ਆਪਾਂ ਇਹ ਗੱਲ ਨੂੰ ਗਾਹੇ ਬਗਾਹੇ 20% 50% ਸੱਚ ਮੰਨ ਲਈਏ ਜੇ, ਕਿਉਂਕਿ ਇਹਦੇ ਬਾਰੇ ਕੋਈ ਪ੍ਰਮਾਣਿਤ ਸੂਚਨਾ ਤਾਂ ਹੈ ਨਹੀਂ ਹਾਲੇ ਕਿ ਇਹਦੇ ਬਾਰੇ ਕੀ ਹੋ ਰਿਹਾ ਹੈ, ਹੋਰ ਕਿਸੇ ਨੂੰ ਇਹਦਾ ਕੋਈ ਫਾਇਦਾ ਨਹੀਂ ਹੁੰਦਾ। ਜੇ ਆਪਾਂ ਮੰਨ ਲਈਏ ਕਿ ਉਹਨਾਂ ਦਾ ਬਿਜ਼ਨਸ ਇਸ ਗੱਲ ਤੇ ਕਿਤੇ ਖੜ ਸਕਦਾ ਹੈ ਤਾਂ ਇਹ ਫਿਰ ਬਿਲਕੁਲ ਸੱਚ ਹੈ ਕਿ ਉਹ ਬਿਲਕੁਲ ਠੀਕ ਇਨਫੋਰਮੇਸ਼ਨ ਪਬਲਿਕ 'ਚ ਨਹੀਂ ਦੇਣਗੇ, ਕਿਉਂਕਿ ਜੇ ਉਹ ਠੀਕ ਇਨਫੋਰਮੇਸ਼ਨ ਦੇਣਗੇ ਫਿਰ ਤਾਂ ਉਹਨਾਂ ਨੂੰ ਕੋਈ ਫਾਇਦਾ ਹੀ ਨਹੀਂ ਹੋਏਗਾ। ਉਹ ਤਾਂ ਉਹ ਇਨਫੋਰਮੇਸ਼ਨ ਦੇਣਗੇ ਕਿ ਲੋਕ ਵਿਸ਼ਵਾਸ ਹੋਰ ਕਰ ਲੈਣ, ਲੋਕ ਸੱਟਾ ਹੋਰ ਰਾਏ ਤੇ ਲਾਉਣ ਤੇ ਅਲਟੀਮੇਟਲੀ ਰਿਜ਼ਲਟ ਉਹਦੇ ਨੇੜੇ ਤੇੜੇ ਨਾ ਨਿਕਲਣ। ਉਹਨਾਂ ਨੂੰ ਤਾਂ ਪੈਸੇ ਬਚਣਗੇ ਨਾ ਜੇ ਲੋਕਾਂ ਦੀ ਓਪੀਨੀਅਨ ਸੱਚ ਹੋ ਜਾਂਦੀ ਹੈ, ਫਿਰ ਤਾਂ ਸੱਟਾ ਬਾਜ਼ਾਰ ਘਾਟੇ 'ਚ ਜਾਊਗਾ। ਇਸ ਕਰਕੇ ਇਹਦੇ ਵਿੱਚ ਹਾਂ ਇਹ ਗੱਲ ਮੈਨੂੰ ਜ਼ਰੂਰ ਪ੍ਰਭਾਵਿਤ ਕਰਦੀ ਹੈ ਕਿ ਕਿਤੇ ਨਾ ਕਿਤੇ ਹੋਵੇ ਨਾ ਹੋਵੇ ਇਸ ਜਿਹੜੀ ਪ੍ਰੈਡਿਕਸ਼ਨ ਹੈ, ਭਵਿੱਖਬਾਣੀ ਹੈ,
ਇਹਦਾ ਵੱਧ ਤੋਂ ਵੱਧ ਫਾਇਦਾ ਜੇ ਕੋਈ ਹੋ ਸਕਦਾ ਹੈ ਤਾਂ ਇਹ ਸੱਟਾ ਬਾਜ਼ਾਰ ਨੂੰ ਹੋ ਸਕਦਾ ਹੈ। ਤੇ ਉਹ ਸੱਟਾ ਬਾਜ਼ਾਰ ਨੂੰ ਪ੍ਰਭਾਵਿਤ ਕਰਨ ਲਈ ਮੈਂ ਇਹ ਗੱਲ ਦਾਅਵੇ ਨਾਲ ਨਹੀਂ ਕਹਿ ਸਕਦਾ, ਤਾਂ ਜਿਹੜੀ ਸ਼ੱਕ ਦੀ ਉਂਗਲੀ ਹੈ ਇਹ ਉੱਠੂਗੀ ਕਿ ਸੱਟਾ ਬਾਜ਼ਾਰ ਆਪਣੇ ਬਿਜ਼ਨਸ ਨੂੰ ਪ੍ਰਭਾਵਿਤ ਕਰਨ ਲਈ, ਇੱਕ ਓਪੀਨੀਅਨ ਬਣਾਉਣ ਲਈ ਵੱਖ-ਵੱਖ ਚੈਨਲਾਂ ਤੇ ਰਿਸਰਚ ਏਜੰਸੀਆਂ ਨੂੰ ਆਪਣਾ ਹੱਥ ਠੋਕਾ ਬਣਾ ਕੇ ਆਪਣੇ ਪੱਖ 'ਚ ਵਰਤਦਾ ਹੈ ਤੇ ਇਹਦੇ ਬਦਲੇ 'ਚ ਉਹਨਾਂ ਦੀਆਂ ਸੇਵਾਵਾਂ ਉਹਨਾਂ ਨੂੰ ਭੇਟ ਕਰਦਾ ਹੈ। ਇਹਦਾ ਇੱਕ ਇਹ ਸੰਕੇਤ ਜ਼ਰੂਰ ਜਾਂਦਾ ਹੈ, ਇਹ ਉਂਗਲ ਉੱਠਦੀ ਹੈ। ਸੋ ਹੋਰ ਇੱਕਦਮ ਕੋਈ ਸਮਝ ਨਹੀਂ ਆਉਂਦੀ ਕਿ ਇਹਦਾ ਕੋਈ ਕਿਸੇ ਪੋਲੀਟੀਕਲ ਪਾਰਟੀ ਨੂੰ ਫਾਇਦਾ ਹੋਵੇ, ਕੋਈ ਕਿਸੇ ਗਵਰਨਮੈਂਟ ਨੂੰ ਫਾਇਦਾ ਹੋਵੇ, ਕੋਈ ਕਿਸੇ ਏਜੰਸੀ ਨੂੰ ਫਾਇਦਾ ਹੋਵੇ ਕਿ ਉਹਨੇ ਕੀ ਪ੍ਰਬੰਧ ਕਰਨੇ ਨੇ। ਮਤਲਬ ਜੇ ਆਪਾਂ ਕਹੀਏ ਮੰਨ ਲਓ ਸਰਕਾਰੀ ਏਜੰਸੀ ਹੈ ਕਿ ਕਿਹੜੀ ਸਰਕਾਰ ਜਿੱਤੇਗੀ ਉਹਦੇ ਨਾਲ ਕੀ ਫਰਕ ਪਵੇਗਾ, ਅਸੀਂ ਫਟਾਫਟ 2 ਦਿਨਾਂ 'ਚ ਆਹ ਪ੍ਰਬੰਧ ਕਰ ਲਾਂਗੇ, ਆਹ ਪ੍ਰਬੰਧ ਕਰ ਲਾਂਗੇ। ਕੱਲ ਸ਼ਾਮ ਇਹ ਆਏ ਨੇ, 2 ਦਿਨ ਰਹਿ ਗਏ ਨੇ, 10 ਤਰੀਕ ਨੂੰ ਦੁਪਹਿਰ ਤੱਕ ਆਹ ਸਾਰੇ ਰਿਜ਼ਲਟ ਆਪਣੇ ਸਾਹਮਣੇ ਆ ਜਾਣੇ ਨੇ। ਸੋ ਇਸ ਕਰਕੇ ਇਹਨਾਂ ਦਾ ਮੈਨੂੰ ਕੋਈ ਵੀ ਫਾਇਦਾ ਨਹੀਂ ਲੱਗਦਾ। ਓਪੀਨੀਅਨ ਪੋਲ ਦਾ ਫਾਇਦਾ ਲੱਗਦਾ, ਇਹਨਾਂ ਦਾ ਮੈਨੂੰ ਕਿਸੇ ਕਿਸਮ ਨਾਲ ਕੋਈ ਫਾਇਦਾ ਨਹੀਂ ਲੱਗਦਾ, ਜਿਹਦੇ ਕਰਕੇ ਲੱਗਦਾ ਹੋਵੇ ਕਿ ਇਹਨਾਂ ਦੇ ਪਹਿਲੀ ਗੱਲ ਤਾਂ ਇਹਨਾਂ ਦਾ ਜਿਹੜੀ ਵਿਧੀ ਹੈ ਉਹਦੀ ਵਿਸ਼ਵਾਸਯੋਗਤਾ ਤੇ ਆਪਦੇ ਆਪ ਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਹੈ। ਦੂਜੀ ਗੱਲ, ਜਦੋਂ ਇਹਨਾਂ ਦਾ ਕੋਈ ਫਾਇਦਾ ਹੀ ਨਹੀਂ, ਫਿਰ ਇਹ ਇੰਨੇ ਪੈਸੇ ਖਰਚ ਕਰਕੇ ਕਿਉਂ ਤਿਆਰ ਕੀਤੀ ਜਾਂਦੀ ਹੈ ਇਹ ਇਨਫੋਰਮੇਸ਼ਨ। ਹੁਣ ਜਿਹੜਾ ਉਹੀ ਹੈ ਕਿ ਫਿਰ ਜਿਹੜੀ ਸ਼ੱਕ ਦੀ ਉਂਗਲ ਹੈ ਉਹ ਉੱਥੇ ਜਾਂਦੀ ਹੈ ਕਿ ਇਹ ਇੱਕ ਧਿਰ ਹੈ ਜਿਨ੍ਹਾਂ ਨੂੰ ਇਹਦਾ ਕੋਈ ਫਾਇਦਾ ਹੁੰਦਾ ਹੈ, ਤੇ ਇਹ ਜਿਹੜੇ ਲੋਕ ਇਸ ਕੰਮ ਦੇ ਵਿੱਚ ਇਨਵੋਲਵ ਨੇ ਜਾਂ ਇਹ ਗੇਮ ਦੇ ਵਿੱਚ ਸੱਟਾ ਲਾਉਣ ਦੇ ਵਿੱਚ ਇਨਵੋਲਵ ਨੇ, ਕਿ ਉਹਨਾਂ ਨੂੰ ਇੱਕ ਰਸਤਾ ਦਿਖਾਇਆ ਜਾਵੇ ਕਿ ਉਹ ਇਸ ਪਾਸੇ ਜਾ ਸਕਦੇ ਨੇ ਤੇ ਉਹ ਆਪਣਾ ਬਿਜ਼ਨਸ, ਜਿਹੜੇ ਬਿਜ਼ਨਸਮੈਨ ਹੈ ਜਿਹੜਾ ਇਹਦੇ ਵਿੱਚ ਇਲੀਗਲ ਬਿਜ਼ਨਸ ਹੈ, ਉਹ ਆਪਣਾ ਬਿਜ਼ਨਸ ਰਨ ਕਰਨ। ਹੋਰ ਇਸ ਤੋਂ ਬਿਨਾਂ ਕੋਈ ਸਮਝ ਹੀ ਨਹੀਂ ਆਉਂਦੀ ਗੱਲ। ਬਿਲਕੁਲ, ਚਲੋ ਦੇਖਦੇ ਹਾਂ ਧਾਲੀਵਾਲ ਸਾਹਿਬ ਫੂਕ ਕਾਇਮ ਰਹਿੰਦੀ ਹੈ ਕਿ ਨਿਕਲਦੀ ਹੈ ਕਿਸੇ ਕੋਲ ਦੀ। ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਦੇ ਲਈ। ਜੀ ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ। ਨਤੀਜੇ ਕਲੀਅਰ 10 ਮਾਰਚ ਨੂੰ ਹੋ ਜਾਣਗੇ। ਲਗਾਤਾਰ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।